ਹੈਲੋ ਫਰੈਂਡਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਚੈਨਲ 'ਤੇ ਗਿਆਨਮ ਰੋਪੜ। ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਕੁਝ ਕੁਐਸਚਨਸ ਸਿੰਪਲ ਇੰਟਰਸਟ ਨਾਲ ਰਿਲੇਟਡ। ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਨੂੰ ਸਮਝਦੇ ਹਾਂ। ਫੋਰ ਐਗਜ਼ਾਮਪਲ, ਤੁਸੀਂ ਕਿਸੇ ਵਿਅਕਤੀ ਤੋਂ ਕੁਝ ਲੋਨ ਲਿਆ, ਠੀਕ ਹੈ। ਜਿਹੜੀ ਲੋਨ ਦੀ ਰਕਮ ਹੈ, ਠੀਕ ਹੈ, ਉਹਨੂੰ ਆਪਾਂ ਸਮ ਬੋਲਦੇ ਹਾਂ ਜਾਂ ਫਿਰ ਪ੍ਰਿੰਸੀਪਲ ਬੋਲਦੇ ਹਾਂ, ਠੀਕ ਹੈ ਜੀ। ਇਹਨੂੰ ਡਿਨੋਟ ਕਰਦੇ ਹਾਂ ਆਪਾਂ P ਨਾਲ। ਤੁਸੀਂ ਕਿਸੇ ਬੰਦੇ ਤੋਂ ਜਾਂ ਬੈਂਕ ਤੋਂ ਲੋਨ ਲਿਆ, ਫੋਰ ਐਗਜ਼ਾਮਪਲ 1000 ਰੁਪੀਜ਼ ਤੁਸੀਂ ਕੀ ਲਿਆ, ਲੋਨ ਲਿਆ, ਠੀਕ ਹੈ ਜੀ। ਅਤੇ ਕੁਛ ਟਾਈਮ ਪੀਰੀਅਡ, ਸਰਟਨ ਟਾਈਮ ਪੀਰੀਅਡ ਲਈ ਲਿਆ ਹੋਵੇਗਾ, ਠੀਕ ਹੈ। ਫੋਰ ਐਗਜ਼ਾਮਪਲ ਜਿਹੜਾ ਟਾਈਮ ਹੈ T ਨਾਲ ਡਿਨੋਟ ਕਰਦੇ ਹਾਂ ਆਪਾਂ, ਇਹ 2 ਇਅਰਸ ਲਈ ਤੁਸੀਂ ਲੋਨ ਲਿਆ। ਅਤੇ ਬੈਂਕ ਕੀ ਕਰੇਗਾ, ਦੇਖੋ ਤੁਸੀਂ 1000 ਰੁਪੀਜ਼ ਬੋਰੋ ਕੀਤੇ ਹੈ, ਠੀਕ ਹੈ। ਅਤੇ ਜਦੋਂ ਤੁਸੀਂ ਵਾਪਸ ਕਰਨੇ ਆ 2 ਸਾਲ ਬਾਅਦ, ਤਾਂ 1000 ਰੁਪੀਜ਼ ਨਹੀਂ ਕਰੋਗੇ, ਬੈਂਕ ਉਸ 'ਤੇ ਕੁਛ ਚਾਰਜ ਵੀ ਕਰੇਗਾ, ਰੇਟ, ਕੁਛ ਵਿਆਜ ਦਰ ਜਿਹਨੂੰ ਬੋਲਦੇ ਹਾਂ ਆਪਾਂ, ਰੇਟ ਲਗਾਏਗਾ, ਠੀਕ ਹੈ। ਰੇਟ ਆਫ ਇੰਟਰਸਟ ਆਰ ਨਾਲ ਡਿਨੋਟ ਕਰਦੇ ਹਾਂ। ਫੋਰ ਐਗਜ਼ਾਮਪਲ 10% ਕੀ ਹੈ, ਬੈਂਕ ਨੇ ਰੇਟ ਹੈ ਜਿਹੜੀ ਉਹ ਚਾਰਜ ਕੀਤੀ ਹੈ, ਠੀਕ ਹੈ। ਆਰ ਰੇਟ ਕਿੰਨੀ ਹੋ ਗਈ, 10%। ਤਾਂ ਕਿੰਨਾ ਵਿਆਜ ਆਪਣਾ ਆਪਾਂ ਇੱਥੋਂ ਦੋ ਚੀਜ਼ਾਂ ਨਿਕਲ ਕੇ ਆਉਂਗੀਆਂ। ਸਿੰਪਲ ਇੰਟਰਸਟ ਕਿ ਵਿਆਜ ਕਿੰਨਾ ਲੱਗਿਆ, ਠੀਕ ਹੈ। ਵਿਆਜ ਦੇ ਤੌਰ 'ਤੇ ਕਿੰਨੇ ਪੈਸੇ ਵਾਪਸ ਕਰਨੇ ਆਪਾਂ, ਰਿਟਰਨ ਕਰਨੇ ਆ, ਅਤੇ ਅਮਾਊਂਟ, ਠੀਕ ਹੈ ਜੀ। ਇਹ ਨਾ ਆਪਾਂ ਡਿਨੋਟ ਕਰਦੇ ਹਾਂ। ਅਮਾਊਂਟ ਦੇ ਵਿੱਚ ਕੀ ਆਊਗਾ, ਇੱਕ ਤਾਂ ਇੰਟਰਸਟ, ਠੀਕ ਹੈ, ਵਿਆਜ ਪਲੱਸ ਪ੍ਰਿੰਸੀਪਲ, ਜਿੰਨੀ ਇਨੀਸ਼ੀਅਲੀ ਮਨੀ ਬੋਰੋ ਕੀਤੀ ਸੀਗੀ ਉਹਦੇ ਵਿੱਚ ਕਿੰਨਾ ਇੰਟਰਸਟ ਐਡ ਹੋ ਕੇ ਆਪਾਂ ਨੇ ਰਿਟਰਨ ਕੀਤਾ, ਉਹਨੂੰ ਕੀ ਬੋਲਾਂਗੇ ਆਪਾਂ, ਅਮਾਊਂਟ ਬੋਲਾਂਗੇ, ਠੀਕ ਹੈ ਜੀ। ਤਾਂ ਦੇਖੋ ਸਿੰਪਲੀ ਤੁਸੀਂ ਛੋਟੇ ਹੁੰਦੇ 8th 9th ਵਿੱਚ ਪੜ੍ਹਿਆ ਹੋਗਾ, ਇਹਦਾ ਫਾਰਮੂਲਾ ਸਿੰਪਲ ਇੰਟਰਸਟ ਦਾ ਕੀ ਹੁੰਦਾ, ਦੇਖੋ P × R × T/100, ਠੀਕ ਹੈ ਜੀ। ਦੇਖੋ ਜੇ ਫੋਰ ਐਗਜ਼ਾਮਪਲ 1 ਈਅਰ ਦੀ ਗੱਲ ਕਰਦੇ ਹਾਂ ਆਪਾਂ, ਠੀਕ ਹੈ, 1 ਈਅਰ ਲਈ ਕੀ ਹੋ ਜਾਏਗਾ, 80% ਆਫ P ਪ੍ਰਿੰਸੀਪਲ, ਸੌਰੀ ਸਿੰਪਲ ਇੰਟਰਸਟ, ਠੀਕ ਹੈ। ਹੁਣ ਸਿਮਿਲਰਲੀ ਹੁਣ 1 ਈਅਰ ਸੀ ਤਾਂ ਸਿੰਪਲੀ ਕੀ ਹੋ ਜਾਏਗਾ, R% ਹੋ ਜਾਏਗਾ ਨਾ, R% ਆਫ P, ਠੀਕ ਹੈ। ਇੱਦਾਂ ਇਹ ਕੀ ਹੋ ਗਿਆ, R/100 ਆਫ ਕੀ ਹੋ ਗਿਆ, P ਹੋ ਗਿਆ। ਹੁਣ ਜੇ ਟਾਈਮ ਇੱਥੇ 1 ਈਅਰ ਦਾ 1 ਰੱਖ ਦੇਵਾਂਗੇ, 2 ਈਅਰ ਦਾ 2 ਹੋ ਜਾਊਗਾ, ਠੀਕ ਹੈ। ਤਾਂ ਸਿੰਪਲੀ ਫਾਰਮੂਲਾ ਆਪਣਾ ਬਣ ਜਾਂਦਾ ਹੁੰਦਾ। ਕਲੀਅਰ ਹੈ ਜੀ। ਅਤੇ ਕਿੱਦਾਂ ਸੋਲਵ ਕਰਨਾ, ਦੇਖੋ ਧਿਆਨ ਨਾਲ। ਜਿੱਦਾਂ ਆਹ ਕੁਐਸਚਨ ਸੀ, ਪ੍ਰਿੰਸੀਪਲ 1000 ਰੁਪੀਜ਼ ਸੀ, ਟਾਈਮ 2 ਈਅਰਸ ਹੈ, ਅਤੇ ਰੇਟ ਕਿੰਨੀ ਹੈ, 10% ਹੈ, ਠੀਕ ਹੈ। ਤਾਂ ਸਿੰਪਲੀ ਆਪਾਂ ਫਾਰਮੂਲਾ ਲਾਉਣ ਦੀ ਲੋੜ ਨਹੀਂ ਹੈ। ਟਾਈਮ 2 ਹੈ ਅਤੇ ਰੇਟ ਕਿੰਨੀ ਹੈ, 10 × 2 ਕਿੰਨਾ ਹੋ ਗਿਆ, 20% ਫਾਈਂਡ ਕਰ ਲਓ, ਕਾਹਦਾ ਜੀ, ਪ੍ਰਿੰਸੀਪਲ ਦਾ, ਠੀਕ ਹੈ। 20% ਆਫ ਕੀ ਹੋ ਗਿਆ, 1000 ਹੋ ਗਿਆ, ਹੈ ਨਾ। ਤਾਂ ਇਹਦੀ ਵੈਲਿਊ ਕਿੰਨੀ ਆ ਜਾਏਗੀ ਆਪਣੇ ਕੋਲ, 200 ਰੁਪੀਜ਼। ਦੇਖੋ 1000 ਰੁਪੀਜ਼ ਤਾਂ ਤੁਸੀਂ ਵਾਪਸ ਕਰਨੇ ਹੀ ਸੀ ਬੈਂਕ ਨੂੰ ਜਾਂ ਕਿਸੇ ਵੀ ਪਰਸਨ ਨੂੰ, ਪਲੱਸ ਹੁਣ ਕੀ ਐਡ ਹੋ ਜਾਏਗਾ, 200 ਆ ਵੀ ਐਡ ਹੋ ਜੂਗੇ ਵਿਆਜ ਦੇ ਤੌਰ 'ਤੇ। ਤਾਂ ਟੋਟਲ ਅਮਾਊਂਟ ਤੁਸੀਂ ਕਿੰਨਾ ਮਨੀ ਜਿਹੜੀ ਵਾਪਸ ਕਰੋਗੇ, 1000 + 200 ਕਿੰਨਾ ਹੋਊਗਾ, 1200 ਰੁਪੀਜ਼ ਤੁਸੀਂ ਰਿਟਰਨ ਕਰੋਗੇ, ਠੀਕ ਹੈ ਜੀ। ਇਹ ਹੁੰਦਾ ਸਿੰਪਲ ਇੰਟਰਸਟ। ਕੰਪਾਊਂਡ ਇੰਟਰਸਟ ਵੀ ਨਾਲ ਹੀ ਸਮਝਦੇ ਹਾਂ, ਦੇਖੋ ਧਿਆਨ ਨਾਲ। ਹੁਣ ਕੰਪਾਊਂਡ ਇੰਟਰਸਟ ਕਿੱਦਾਂ ਡਿਫਰੈਂਟ ਹੁੰਦਾ, ਦੇਖੋ। ਕੰਪਾਊਂਡ ਦੇਖੋ, ਜਿਹੜਾ ਸਿੰਪਲ ਇੰਟਰਸਟ ਹੁੰਦਾ, ਪਹਿਲਾਂ ਸਿੰਪਲ ਇੰਟਰਸਟ ਦੇਖ ਲੈਂਦੇ ਥੋੜ੍ਹਾ ਜਿਹਾ, ਠੀਕ ਹੈ। ਜਿੱਦਾਂ 1000 ਰੁਪੀਜ਼ ਆਪਾਂ ਨੇ ਬੋਰੋ ਕੀਤੇ ਸੀ, ਤਾਂ ਸਿੰਪਲ ਇੰਟਰਸਟ ਫਸਟ ਈਅਰ ਲਈ ਵੀ ਸੇਮ ਰਹੇਗਾ, ਸੈਕਿੰਡ ਈਅਰ ਲਈ ਵੀ, ਥਰਡ ਈਅਰ ਲਈ ਵੀ, 4th 5th 6th, ਠੀਕ ਹੈ ਜੀ। ਹਰ ਸਾਲ ਸਿੰਪਲ ਇੰਟਰਸਟ ਕੀ ਹੈ, ਸੇਮ ਰਹੇਗਾ। ਮੰਨ ਲਓ 10% ਰੇਟ ਹੈ ਆਪਣੀ, ਠੀਕ ਹੈ। ਤਾਂ ਪਹਿਲੇ ਸਾਲ ਤੁਸੀਂ 100 ਰੁਪੀਜ਼ ਹੋ ਗਿਆ, ਦੂਜੇ ਸਾਲ ਵੀ, ਕਿਉਂਕਿ 1000 ਦਾ 10% ਕਿੰਨਾ ਹੁੰਦਾ, 100, ਅਤੇ ਦੂਜੇ ਸਾਲ ਵੀ 100 ਰੁਪੀਜ਼ ਹੋ ਗਿਆ, ਅਤੇ ਥਰਡ ਈਅਰ ਵੀ 100 ਰੁਪੀਜ਼ ਹੋ ਗਿਆ। ਇਹ ਸੇਮ ਰਹਿੰਦਾ ਹੈ, ਠੀਕ ਹੈ। ਪਰ ਕੰਪਾਊਂਡ ਇੰਟਰਸਟ ਵਿੱਚ ਕੀ ਹੁੰਦਾ, ਦੇਖੋ ਧਿਆਨ ਨਾਲ। ਆਪਾਂ ਮੰਨ ਲੈਂਦੇ ਹਾਂ ਕਿ ਸੇਮ 1000 ਰੁਪੀਜ਼ ਹੈ, ਠੀਕ ਹੈ। ਪ੍ਰਿੰਸੀਪਲ ਜਾਂ ਫਿਰ ਅਮਾਊਂਟ, ਸੌਰੀ ਸਮ ਜਾਂ ਫਿਰ ਪ੍ਰਿੰਸੀਪਲ 1000 ਰੁਪੀਜ਼ ਦਾ, ਰੇਟ ਆਪਣੀ ਕਿੰਨੀ ਹੈ, 10% ਹੈ ਸੇਮ, ਅਤੇ ਟਾਈਮ ਕਿੰਨਾ ਹੈ, 2 ਈਅਰਸ ਹੈ, ਠੀਕ ਹੈ ਜੀ। ਤਾਂ ਇਸ ਕੇਸ ਦੇ ਵਿੱਚ ਕੰਪਾਊਂਡ ਇੰਟਰਸਟ ਕਿੱਦਾਂ ਕੱਢਾਂਗੇ ਆਪਾਂ, ਦੇਖੋ ਹੁਣ 1000 ਰੁਪੀਜ਼ ਹੈ ਨਾ, ਇਹ ਤਾਂ ਆਪਾਂ ਨੇ ਰਿਟਰਨ ਕਰਨੇ ਹੈ 2 ਸਾਲ ਬਾਅਦ। ਪਹਿਲੇ ਸਾਲ ਫਸਟ ਈਅਰ ਕੀ ਹੋਊਗਾ, ਦੇਖੋ ਧਿਆਨ ਨਾਲ। ਫਸਟ ਈਅਰ ਲਿਖ ਲੈਂਦੇ ਹਾਂ ਅਤੇ ਸੈਕਿੰਡ ਈਅਰ ਲਿਖ ਲੈਂਦੇ ਹਾਂ ਆਪਾਂ।
ਜਿਹੜਾ 1000 ਰੁਪੀज़ ਹੈ ਇਹ ਤੇ ਕਿੰਨਾ 10% ਕਿੰਨਾ ਹੋ ਗਿਆ ਜੀ 100 ਰੁਪੀज़ ਹੋ ਗਿਆ ਹੈ ਨਾ। ਤਾਂ ਸਿੰਪਲ ਇੰਟਰਸਟ ਵੀ ਕਿੰਨਾ ਸੀਗਾ 100 ਰੁਪੀज़। ਤਾਂ ਆਪਾਂ ਇੱਥੋਂ ਕਹਿ ਸਕਦੇ ਹਾਂ ਕਿ ਪਹਿਲੇ ਸਾਲ ਸਿੰਪਲ ਇੰਟਰਸਟ ਅਤੇ ਕੰਪਾਊਂਡ ਇੰਟਰਸਟ ਕੀ ਰਹਿੰਦੇ ਤੁਹਾਡੇ ਸੇਮ ਹੁੰਦੇ ਆ, ਠੀਕ ਹੈ, ਫਸਟ ਈਅਰ ਲਈ। ਅਤੇ ਦੂਜੇ ਸਾਲ ਦੇਖੋ ਕੀ ਹੋਏਗਾ, ਜਿਹੜਾ 1000 ਰੁਪੀज़ ਹੈ ਇਹਦਾ 10% ਕਿੰਨਾ ਹੋ ਗਿਆ 100। 100 ਰੁਪੀज़ ਤਾਂ ਆਪਾਂ ਨੇ ਵਾਪਸ ਕਰਨੀ ਹੈ, ਠੀਕ ਹੈ, ਮਤਲਬ ਇੰਟਰਸਟ ਲੱਗ ਗਿਆ ਇੱਕ ਵਾਰ, ਠੀਕ ਹੈ। ਦੂਜੀ ਵਾਰ ਕੀ ਹੈ, ਜਿਹੜਾ ਆਹ ਤੁਹਾਡਾ 100 ਆ ਇਹਦਾ ਵੀ 10%, ਇਹਦੇ ਵੀ ਵਿਆਜ ਆਪਾਂ ਨੂੰ ਦੇਣਾ ਪਏਗਾ, ਠੀਕ ਹੈ। ਤਾਂ 100 ਦਾ 10% ਕਿੰਨਾ ਹੁੰਦਾ 10। ਤਾਂ ਦੂਜੇ ਸਾਲ ਟੋਟਲ ਕਿੰਨਾ ਹੋ ਗਿਆ 110 ਰੁਪਏ ਹੋ ਗਿਆ ਤੁਹਾਡਾ ਕੰਪਾਊਂਡ ਇੰਟਰਸਟ, ਠੀਕ ਹੈ। ਸਿੰਪਲ ਇੰਟਰਸਟ ਕਿੰਨਾ ਸੀਗਾ, ਹਰੇਕ ਸਾਲ ਸੇਮ ਰਹਿੰਦਾ, ਜੇ 100 ਇੱਥੇ ਹੈ 100 ਇੱਥੇ ਹੈ ਨਾ, ਉਹ ਤਾਂ ਸੇਮ ਸੀ। ਪਰ ਕੰਪਾਊਂਡ ਇੰਟਰਸਟ ਕਿੰਨਾ ਵੱਧ ਗਿਆ ਥੋੜ੍ਹਾ ਜਿਹਾ, ਠੀਕ ਹੈ, ਕਿੰਨਾ 10 ਰੁਪੀज़ ਵੱਧ ਗਿਆ, ਕਿਉਂਕਿ 10% ਆਪਾਂ 100 ਦਾ ਵੀ ਫਾਈਂਡ ਕੀਤਾ, ਠੀਕ ਹੈ। ਇੱਦਾਂ 3 ਸਾਲ ਹੁੰਦੇ ਆਪਾਂ 3rd ਈਅਰ ਦਾ ਵੀ ਕਰ ਲੈਣਾ ਸੀ, ਠੀਕ ਹੈ। ਮਤਲਬ ਕੰਪਾਊਂਡ ਇੰਟਰਸਟ ਦੇ ਵਿੱਚ ਕੀ ਹੁੰਦਾ, ਵਿਆਜ ਦੇ ਉੱਪਰ ਵੀ ਵਿਆਜ ਮਿਲਦਾ ਆਪਾਂ ਨੂੰ, ਕਲੀਅਰ ਹੈ ਜੀ। ਤਾਂ ਕੰਪਾਊਂਡ ਇੰਟਰਸਟ ਫॉर 2 ਈਅਰਸ ਕੀ ਹੋ ਜਾਊਗਾ, ਦੇਖੋ 100 ਰੁਪੀज़ ਤਾਂ ਸਾਨੂੰ ਫਸਟ ਈਅਰ ਮਿਲੇ ਸੀਗੇ ਅਤੇ 110 ਰੁਪਏ ਸੈਕਿੰਡ ਈਅਰ, ਟੋਟਲ ਕਿੰਨਾ ਹੋ ਗਿਆ 210 ਰੁਪਏ, ਠੀਕ ਹੈ। ਇਹ ਸਾਡਾ ਹੋਗਾ ਕੰਪਾਊਂਡ ਇੰਟਰਸਟ। ਜਦੋਂ ਕੰਪਾਊਂਡ ਇੰਟਰਸਟ ਦੇ ਕੁਐਸਚਨਸ ਕਰਾਂਗੇ ਤਾਂ ਉਹਦੇ ਵਿੱਚ ਡਿਟੇਲ ਨਾਲ ਸਮਝਾਂਗੇ, ਠੀਕ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਸਿੰਪਲ ਇੰਟਰਸਟ ਨਾਲ ਰਿਲੇਟਡ ਕੁਐਸਚਨਸ। ਤਾਂ ਮੂਵ ਕਰਦੇ ਹਾਂ ਆਪਾਂ ਕੁਐਸਚਨਸ ਵੱਲ। ਹਾਂਜੀ, ਫਸਟ ਕੁਐਸਚਨ ਰੀਡ ਕਰੋ ਅਤੇ ਟਰਾਈ ਕਰੋ ਸੋਲਵ ਕਰਨ ਦੀ। ਦੇਖੋ ਇਸ ਤਰ੍ਹਾਂ ਦੇ ਕੁਐਸਚਨ ਸਾਨੂੰ ਆਮ ਦੇਖਣ ਨੂੰ ਮਿਲਦੇ ਆ। ਆਪਾਂ ਸ਼ਾਰਟਕਟ ਵੇ ਦੇਖਦੇ ਹਾਂ ਤਾਂ ਦੇਖੋ, ਐਟ ਵਟ ਰੇਟ ਆਫ ਸਿੰਪਲ ਇੰਟਰਸਟ, ਯਾਨੀ ਕਿ ਰੇਟ ਆਪਾਂ ਨੇ ਫਾਈਂਡ ਕਰਨੀ ਹੈ। ਪਰ ਐਨਮ ਅ ਸਮ ਬਿਕਮਸ ਡਬਲ ਇਟ ਸੈਲਫ ਇਨ 5 ਈਅਰਸ। ਕਹਿੰਦਾ ਕਿੰਨੀ ਰੇਟ 'ਤੇ ਜਿਹੜਾ ਤੁਹਾਡਾ ਸਿੰਪਲ ਇੰਟਰਸਟ ਦੀ ਰੇਟ 'ਤੇ ਹੈ ਨਾ ਸਮ ਹੈ ਡਬਲ ਹੋ ਜਾਂਦਾ 5 ਈਅਰਸ ਦੇ ਵਿੱਚ। ਤਾਂ ਦੇਖੋ ਪਹਿਲਾਂ ਬੇਸਿਕ ਤਰੀਕਾ ਦੇਖ ਲੈਂਦੇ ਇਹਨੂੰ ਕਿੱਦਾਂ ਸੋਲਵ ਕਰਨਾ। ਦੇਖੋ ਅਮਾਊਂਟ ਕਾਹਦੇ ਬਰਾਬਰ ਹੁੰਦਾ, ਪ੍ਰਿੰਸੀਪਲ ਪਲੱਸ ਇੰਟਰਸਟ ਦੀ, ਠੀਕ ਹੈ। ਸਮ ਕਿੰਨਾ ਬਣ ਰਿਹਾ, ਡਬਲ ਹੋ ਰਿਹਾ ਨਾ, ਠੀਕ ਹੈ। ਯਾਨੀ ਕਿ ਜੇ ਪੀ ਸੀਗਾ ਤਾਂ ਉਹਦਾ ਕਿੰਨਾ ਹੋ ਰਿਹਾ 2p ਹੋ ਰਿਹਾ। ਪੀ ਤਾਂ ਇੱਥੇ ਆਏਗਾ। ਇੰਟਰਸਟ ਦਾ ਫਾਰਮੂਲਾ ਕੀ ਹੁੰਦਾ, P × R × T/100, ਠੀਕ ਹੈ। 2p ਦੇ ਵਿੱਚੋਂ 1p ਮਾਈਨਸ ਹੋ ਜਾਊਗਾ, ਇੱਥੇ 2p ਹੈ, ਇੱਥੋਂ p ਕੀ ਆਪਾਂ ਕਾਮਨ ਲੈ ਲੈਂਦੇ, ਠੀਕ ਹੈ। 1 + RT/ ਕੀ ਹੋ ਜਾਏਗਾ 100, ਠੀਕ ਹੈ ਜੀ। p ਨਾਲ p ਇੱਥੇ ਕੀ ਹੋ ਗਿਆ ਕੈਂਸਲ ਹੋ ਗਿਆ। 2 = 1 + R, ਰੇਟ ਆਪਾਂ ਨੇ ਫਾਈਂਡ ਕਰਨੀ ਹੈ, ਟਾਈਮ 5 ਈਅਰਸ ਅਪੋਨ 100, ਇਹ ਹੋ ਜਾਏਗਾ R/20, ਠੀਕ ਹੈ ਜੀ। ਅਤੇ ਇੱਥੇ ਸੋਲਵ ਕਰ ਲੈਂਦੇ ਹਾਂ। 40 = 20 + R, ਅਤੇ R ਦੀ ਵੈਲਿਊ ਕਿੰਨੀ ਆ ਗਈ ਇੱਥੋਂ 20% ਆਪਣਾ, ਮਤਲਬ 20 ਆ ਗਈ ਅਤੇ 20% ਰੇਟ ਆਪਣੀ ਆ ਗਈ, ਠੀਕ ਹੈ। ਸਿੰਪਲ ਵੇ ਤਾਂ ਇਹਦਾ ਆਹ ਹੈ, ਪਰ ਆਪਾਂ ਇਸ ਤਰ੍ਹਾਂ ਨਹੀਂ ਸੋਲਵ ਕਰਨਾ। ਦੇਖੋ ਇਹਨੂੰ ਕਿੱਦਾਂ ਸੋਲਵ ਕਰਾਂਗੇ। ਹਾਂਜੀ ਦੇਖੋ ਜੀ ਧਿਆਨ ਨਾਲ, ਦੇਖੋ ਡਬਲ ਹੋ ਰਿਹਾ ਨਾ, ਇੱਥੇ ਪ੍ਰਿੰਸੀਪਲ ਅਤੇ ਅਮਾਊਂਟ ਦੀ ਰੇਸ਼ੋ ਬਣਾਉਂਦੇ ਆਪਾਂ। ਆਹ ਪ੍ਰਿੰਸੀਪਲ ਹੋ ਗਿਆ, ਆਹ ਕੀ ਹੋ ਗਿਆ ਅਮਾਊਂਟ। ਜੇ ਪ੍ਰਿੰਸੀਪਲ ਤੁਹਾਡਾ 1 ਸੀ ਤਾਂ ਅਮਾਊਂਟ ਡਬਲ ਹੋ ਗਿਆ, ਮਤਲਬ 1 ਤੋਂ ਕਿੰਨਾ ਹੋ ਗਿਆ 2 ਰੁਪਏ ਹੋ ਗਿਆ ਹੈ ਨਾ। 1 ਤੋਂ 2 ਹੋਇਆ ਤਾਂ ਮਤਲਬ 1 ਰੁਪਇਆ ਆਪਾਂ ਨੂੰ ਕੀ ਲੱਗਿਆ ਵਿਆਜ ਲੱਗਿਆ ਹੈ ਨਾ, ਰੇਟ ਲੱਗਿਆ 1 ਰੁਪਇਆ। 1 ਰੁਪਇਆ ਵਿਆਜ ਲੱਗਿਆ, ਕਿਹਦੇ 'ਤੇ ਲੱਗਿਆ 1 ਰੁਪਏ 'ਤੇ ਲੱਗਿਆ, ਠੀਕ ਹੈ। 1/1 ਕਿੰਨਾ ਹੁੰਦਾ 100 ਹੋ ਗਿਆ ਤੁਹਾਡਾ, 100 ਹੋ ਗਿਆ। ਪਰ ਇਹ ਕਿੰਨੇ ਦਾ ਹੋਇਆ, ਇਹ 5 ਈਅਰਸ ਦਾ ਹੋਇਆ, ਠੀਕ ਹੈ ਜੀ। 1 ਈਅਰ ਦਾ ਕਿੰਨਾ ਹੋ ਗਿਆ 100 ਕਿੰਨਾ ਕਰ ਦੇਵਾਂਗੇ ਆਪਾਂ 5, 100/5 ਕਿੰਨਾ ਹੁੰਦਾ 20, ਯਾਨੀ ਕਿ 20% ਆਪਣਾ ਕੀ ਆ ਗਿਆ, ਸਿੰਪਲੀ ਆਨਸਰ ਆ ਗਿਆ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਨੇ ਇਹਨੂੰ ਸੋਲਵ ਕਰਨਾ। ਇੱਕ ਆਪਣੇ ਕੋਲ ਫਾਰਮੂਲਾ ਵੀ ਹੁੰਦਾ ਰੇਟ ਦਾ ਕਿ n - 1 ਅਪੋਨ T × 100, ਇੱਦਾਂ ਵੀ ਤੁਸੀਂ ਸੋਲਵ ਕਰ ਸਕਦੇ ਹੋ। ਜੇ ਫਾਰਮੂਲਾ ਯਾਦ ਰਹਿੰਦਾ ਵਧੀਆ ਗੱਲ ਹੈ, ਨਹੀਂ ਤਾਂ ਤੁਸੀਂ ਜਿੱਦਾਂ ਰੇਸ਼ੋ ਨਾਲ ਦੱਸਿਆ ਉਸ ਤਰ੍ਹਾਂ ਵੀ ਕਰ ਸਕਦੇ ਹੋ। n ਇੱਥੇ ਕੀ ਹੈ ਡਬਲ ਹੋ ਰਿਹਾ, ਠੀਕ ਹੈ। ਡਬਲ ਹੋ ਰਿਹਾ ਤਾਂ 2 ਲੱਖ ਦੇਵਾਂਗੇ, ਟ੍ਰਿਪਲ ਹੋ ਰਿਹਾ ਤਾਂ 3 ਲੱਖ ਦੇਵਾਂਗੇ, 4 ਟਾਈਮਸ ਹੋ ਰਿਹਾ ਤਾਂ 4 ਲੱਖ ਦੇਵਾਂਗੇ, ਠੀਕ ਹੈ। 2 - 1 ਕਿੰਨਾ ਹੋ ਗਿਆ, ਚਲੋ ਪੂਰਾ ਲਿਖ ਦਿੰਦਾ ਇੱਥੇ ਮੈਂ, 2 - 1 ਕਿੰਨਾ ਹੋ ਗਿਆ 1/5, ਠੀਕ ਹੈ ਜੀ। ਫਿਰ ਤੁਸੀਂ ਕੈਂਸਲ ਕਰੋਗੇ 20 ਤੁਹਾਡਾ ਆਨਸਰ ਆਏਗਾ, ਠੀਕ ਹੈ। ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਹੋ, ਚਾਹੇ ਫਾਰਮੂਲੇ ਨਾਲ ਕਰ ਲਓ ਚਾਹੇ ਰੇਸ਼ੋ ਨਾਲ ਕਰ ਲਓ, ਠੀਕ ਹੈ। ਪਰ ਸਿੰਪਲ ਮੈਥਡ ਨਾਲ ਨਹੀਂ ਕਰਨਾ, ਉਹ ਲੌਂਗ ਹੋ ਜਾਊਗਾ ਥੋੜ੍ਹਾ। ਨੈਕਸਟ ਕੁਐਸਚਨ ਟਰਾਈ ਕਰੋ। ਸਿਮਿਲਰ ਕੁਐਸਚਨ ਹੈ, ਐਟ ਵਟ ਰੇਟ ਆਫ ਸਿੰਪਲ ਇੰਟਰਸਟ ਪਰ ਐਨਮ ਅ ਸਮ ਬਿਕਮਸ 7/4 ਟਾਈਮਸ ਇਟਸੈਲਫ ਇਨ 4 ਈਅਰਸ। ਹੁਣ ਦੇਖੋ 7/4 ਹੈ ਨਾ,
ਆਪਾਂ ਪ੍ਰਿੰਸੀਪਲ ਮੰਨ ਲੈਂਦੇ 4। ਹੁਣ 7/4 ਕਿੰਨਾ ਹੋ ਗਿਆ, ਤਾਂ 7 ਹੋ ਗਿਆ ਹੈ ਨਾ। ਅਮਾਊਂਟ ਕਿੰਨਾ ਹੋ ਗਿਆ 7, 4 ਤੋਂ 7 ਹੋ ਰਿਹਾ, ਯਾਨੀ ਕਿ 3 ਰੁਪਏ ਵਿਆਜ ਲੱਗ ਰਿਹਾ ਤੁਹਾਡਾ। ਠੀਕ ਹੈ, 3 ਰੁਪਏ ਵਿਆਜ ਲੱਗ ਰਿਹਾ ਕਿਹਦੇ ਪਰ, 4 ਰੁਪਏ 'ਤੇ। 3/4 ਕਿੰਨਾ ਹੁੰਦਾ ਤੁਹਾਡਾ 75%। ਠੀਕ ਹੈ ਜੀ, ਪਰ ਇਹ ਕਿੰਨੇ 4 ਈਅਰਸ ਦਾ ਆਇਆ ਤੁਹਾਡਾ। ਤੁਸੀਂ 1 ਸਾਲ ਦਾ ਕੱਢਣਾ ਤਾਂ 75 ਬਾਈ ਕਿੰਨਾ ਕਰ ਦਿਓ, 4 ਕਰ ਦਿਓ। ਠੀਕ ਹੈ, 18 ਚੌਕਾ 72, ਇਹ ਕਿੰਨਾ ਆ ਜਾਊਗਾ 82/3% ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ, ਚਾਹੇ ਇਸ ਤਰ੍ਹਾਂ ਕਰ ਲਓ, ਚਾਹੇ ਜਿਹੜਾ ਫਾਰਮੂਲਾ ਦੱਸਿਆ ਉਸ ਤਰ੍ਹਾਂ ਵੀ ਤੁਸੀਂ ਸੋਲਵ ਕਰ ਸਕਦੇ ਹੋ। ਠੀਕ ਹੈ, ਇਹ ਸੀ ਕਿ ਸਾਡੇ ਫਸਟ 2 ਕੁਐਸਚਨ। ਮੂਵ ਕਰਦੇ ਹਾਂ ਥਰਡ ਕੁਐਸਚਨ ਵੱਲ। ਹਾਂਜੀ, ਪੜ੍ਹੋ ਵੀ ਧਿਆਨ ਨਾਲ ਕਰੋ ਸੋਲਵ। ਇਨ ਵਟ ਟਾਈਮ ਵਿਲ ਦਾ ਸਮ, ਹੁਣ ਦੇਖੋ ਇਸ ਕੁਐਸਚਨ ਦੇ ਵਿੱਚ ਟਾਈਮ ਪੁੱਛਿਆ ਹੋਇਆ ਆਪਾਂ ਨੂੰ। ਵਿਲ ਦਾ ਸਮ ਆਫ ਮਨੀ ਬਿਕਮਸ 15 ਟਾਈਮਸ ਇਟਸੈਲਫ ਐਟ 20% ਪਰ ਐਨਮ ਸਿੰਪਲ ਇੰਟਰਸਟ। ਠੀਕ ਹੈ, ਰੇਟ ਆਪਾਂ ਨੂੰ ਦਿੱਤਾ ਹੋਇਆ ਕਿੰਨਾ 20% ਅਤੇ 15 ਟਾਈਮਸ ਹੋ ਰਹੀ ਹੈ ਨਾ ਪਰ ਐਨਮ। ਹੁਣ ਦੇਖੋ ਧਿਆਨ ਨਾਲ, ਦੇਖੋ ਜੇ ਤਾਂ ਮੈਂ ਕਹਿ ਰਿਹਾ ਕਿ ਡਬਲ ਹੋ ਰਿਹਾ ਕੋਈ ਚੀਜ਼ ਹੈ ਨਾ, ਡਬਲ ਇਟਸੈਲਫ, ਤਾਂ ਪਰਸੈਂਟੇਜ ਦੇ ਵਿੱਚ ਕਿੰਨਾ ਚੇਂਜ ਆਉਂਦਾ 100% ਦਾ ਆਉਂਦਾ। ਠੀਕ ਹੈ, ਉਹਦੇ ਵਿੱਚ ਕਿਉਂਕਿ ਮੰਨ ਲਓ ਚੀਜ਼ 2 ਤੋਂ ਕਿੰਨੀ ਹੋ ਗਈ 4 ਹੋ ਗਈ। ਠੀਕ ਹੈ, 2 ਤੋਂ 4 ਹੋ ਗਈ, ਯਾਨੀ ਕਿ 2 ਤੋਂ 4 ਕਿੰਨਾ 2 ਦਾ ਇਨਕਰੀਮੈਂਟ ਹੋਇਆ ਨਾ। 2 ਮਤਲਬ ਕਿੰਨਾ ਹੋ ਗਿਆ ਟੋਟਲ 2 ਦੇ ਬਰਾਬਰ, ਮਤਲਬ 100% ਹੋ ਗਿਆ ਹੈ ਨਾ। ਕੋਈ ਚੀਜ਼ ਆਪਣੇ ਆਪ ਵਿੱਚ ਪੂਰੀ ਹੁੰਦੀ ਹੈ, ਜੇ ਉਨਾ ਹੀ ਚੇਂਜ ਹੋ ਰਿਹਾ ਤਾਂ ਉਹਦਾ ਮਤਲਬ ਕੀ ਹੈ ਡਬਲ ਦੇ ਵਿੱਚ ਕਿੰਨਾ ਹੋ ਗਿਆ 100% ਹੋ ਗਿਆ। ਜੇ ਟ੍ਰਿਪਲਸ ਇਟਸੈਲਫ ਹੋ ਗਿਆ, ਠੀਕ ਹੈ, ਟ੍ਰਿਪਲਸ ਦਾ ਮਤਲਬ ਕੀ ਹੋ ਜਾਊਗਾ 200% ਦਾ ਚੇਂਜ। ਠੀਕ ਹੈ ਜੀ, ਇੱਦਾਂ 5 ਟਾਈਮਸ ਹੋ ਰਹੀ ਹੈ ਜੇ ਕੋਈ ਚੀਜ਼ ਤਾਂ 400% ਦਾ ਚੇਂਜ। ਇੱਦਾਂ ਹੁਣ ਦੇਖੋ 15 ਟਾਈਮਸ ਹੋ ਰਹੀ ਹੈ। ਠੀਕ ਹੈ, ਤਾਂ ਕਿੰਨਾ ਹੋ ਰਿਹਾ ਇਹਦੇ ਵਿੱਚ ਚੇਂਜ 1400% ਦਾ ਚੇਂਜ ਹੋ ਰਿਹਾ। ਠੀਕ ਹੈ ਜੀ, 1400% ਦਾ ਚੇਂਜ ਹੋ ਰਿਹਾ 20% ਪਰ ਐਨਮ, ਹਰੇਕ ਸਾਲ 20%। ਤਾਂ ਟਾਈਮ ਕਿੰਨਾ ਲੱਗੇਗਾ ਦੇਖੋ 1400% ਹਰੇਕ ਸਾਲ ਕਿੰਨਾ ਹੋ ਰਿਹਾ 20% ਦੀ ਰੇਟ ਨਾਲ, ਤਾਂ ਟਾਈਮ ਕਿੰਨਾ ਲੱਗੇਗਾ ਇਹਦੇ ਵਿੱਚ 70 ਈਅਰਸ ਲੱਗੂਗੇ। ਠੀਕ ਹੈ ਜੀ, 70 ਈਅਰ ਆਪਣਾ ਕੀ ਆ ਜਾਊਗਾ ਆਨਸਰ ਆ ਜਾਊਗਾ। ਸਿੰਪਲ ਲੌਜੀਕਲ ਕੁਐਸਚਨ ਸੀ। ਕਲੀਅਰ ਹੈ ਜੀ, ਇਹ ਸੀਗੇ ਸਾਡੇ ਫਸਟ 3 ਕੁਐਸਚਨ। ਫੋਰਥ ਕੁਐਸਚਨ ਵੱਲ ਚੱਲਦੇ ਹਾਂ। ਹਾਂਜੀ, ਪੜ੍ਹੋ ਜੀ ਕੁਐਸਚਨ, ਟਰਾਈ ਕਰੋ ਸੋਲਵ ਕਰਨ ਦੀ। ਹਾਊ ਲੌਂਗ ਵਿਲ ਇਟ ਟੇਕ ਫॉर ਅ ਸਮ ਆਫ ਮਨੀ, ਫਿਰ ਕੀ ਆਪਾਂ ਨੇ ਟਾਈਮ ਫਾਈਂਡ ਕਰਨਾ ਹੈ, ਟੂ ਗਰੋ ਫਰੋਮ 1250 to 10,000 ਇਫ ਇਟ ਇਜ਼ ਇਨਵੈਸਟਡ ਐਟ 14% ਪਰ ਐਨਮ ਸਿੰਪਲ ਇੰਟਰਸਟ। ਠੀਕ ਹੈ ਜੀ, ਸੇਮ ਕੁਐਸਚਨ ਦੇਖੋ 1250 ਤੋਂ 10,000 ਹੋ ਰਹੀ ਹੈ ਨਾ। ਰੇਸ਼ੋ ਬਣਾ ਕੇ ਦੇਖਦੇ ਹਾਂ ਪਹਿਲਾਂ। ਪ੍ਰਿੰਸੀਪਲ ਕਿੰਨਾ 1250, ਅਮਾਊਂਟ ਕਿੰਨਾ ਦਿੱਤਾ ਹੋਇਆ ਤੁਹਾਨੂੰ 10,000। ਠੀਕ ਹੈ, ਹੁਣ ਤੁਹਾਨੂੰ ਪਤਾ ਇਹਦੇ ਵਿੱਚ ਕਿ 125 ਨੂੰ 8 ਨਾਲ ਮਲਟੀਪਲਾਈ ਕਰਦੀ ਹੈ ਤਾਂ ਕਿੰਨਾ 10,000 ਹੁੰਦਾ। ਠੀਕ ਹੈ, ਅਤੇ ਇੱਥੋਂ ਰੇਸ਼ੋ ਕਿੰਨੀ ਬਣ ਗਈ 1:8, ਯਾਨੀ ਕਿ 7 ਰੁਪਏ ਵਿਆਜ ਲੱਗਿਆ ਕਿਹਦੇ ਵਿੱਚ 1 ਰੁਪਏ 'ਤੇ ਹੈ ਨਾ। 7/1 ਕਿੰਨਾ ਹੋ ਗਿਆ 700% ਹੋ ਗਿਆ ਤੁਹਾਡਾ। ਠੀਕ ਹੈ ਜੀ, ਅਤੇ ਰੇਟ ਕਿੰਨੀ ਦਿੱਤੀ 700%, 14 ਹਰੇਕ ਸਾਲ 14% ਵੱਧ ਰਿਹਾ ਤੁਹਾਡਾ ਹੈ ਨਾ। ਤਾਂ 700% ਹੋਣ ਨੂੰ ਕਿੰਨਾ ਟਾਈਮ ਲੱਗੂਗਾ ਤੁਹਾਨੂੰ, ਤਾਂ ਤੁਸੀਂ ਸਿੰਪਲੀ ਕੀ ਕਰ ਦੂੰਗੇ ਡਿਵਾਈਡ ਕਰ ਦੂੰਗੇ ਹੈ ਨਾ। ਇਹ 5 ਟਾਈਮਸ ਜਾਏਗਾ, ਯਾਨੀ ਕਿ 50 ਈਅਰਸ ਲੱਗੂਗੇ ਇੰਨਾ ਅਮਾਊਂਟ ਹੋਣ ਨੂੰ। ਠੀਕ ਹੈ, 50 ਈਅਰਸ ਹੀ ਦਾ ਆਨਸਰ ਆ ਗਿਆ। ਸਿੰਪਲ ਕੁਐਸਚਨ ਸੀ, ਪਰ ਜੇ ਐਗਜ਼ਾਮ ਵਿੱਚ ਟਾਈਕ ਇੱਦਾਂ ਨਹੀਂ ਕੀਤਾ ਤਾਂ ਤੁਹਾਨੂੰ ਟਾਈਮ ਲੱਗ ਸਕਦਾ ਹੈ। ਠੀਕ ਹੈ, ਰੇਸ਼ੋ ਨਾਲ ਇਹਨੂੰ ਚੀਜ਼ਾਂ ਨੂੰ ਸਿੰਪਲ ਆਪਾਂ ਕਰ ਲਾਂਗੇ। ਨੈਕਸਟ ਚੱਲਦੇ ਹਾਂ 5th ਕੁਐਸਚਨ ਵੱਲ। ਇਹ ਵੀ ਬੇਸਿਕ ਜਿਹਾ ਕੁਐਸਚਨ ਹੈ, ਟਰਾਈ ਕਰੋ ਇਹਨੂੰ। ਦੇਖੋ ਪ੍ਰਿੰਸੀਪਲ ਦਿੱਤਾ ਹੋਇਆ ਆਪਾਂ ਨੂੰ, ਰੇਟ ਦਿੱਤੀ ਹੋਈ ਹੈ, ਟਾਈਮ ਦਿੱਤਾ ਹੋਇਆ ਹੈ ਨਾ, ਅਮਾਊਂਟ ਫਾਈਂਡ ਕਰਨਾ ਆਪਾਂ ਨੂੰ। ਪਰ ਦੇਖੋ ਰੇਟ ਇਸ ਦੇ ਵਿੱਚ ਕੀ ਦਿੱਤੀ ਹੋਈ ਹੈ 16/2/3%। ਪਰਸੈਂਟੇਜ ਟੂ ਫਰੈਕਸ਼ਨ ਟੇਬਲ ਤੁਹਾਨੂੰ ਕਰਾਇਆ ਹੋਇਆ ਸੀ। ਠੀਕ ਹੈ, ਅਤੇ ਤੁਹਾਨੂੰ ਮੈਂ ਉਮੀਦ ਕਰਦਾ ਤੁਹਾਨੂੰ ਆਉਂਦਾ ਵੀ ਹੋਏਗਾ। ਹੁਣ 16/2/3% ਦੀ ਵੈਲਿਊ ਕਿੰਨੀ ਹੁੰਦੀ ਹੈ 1/6। ਠੀਕ ਹੈ ਜੀ, ਮਤਲਬ 6 ਰੁਪਏ 'ਤੇ 1 ਰੁਪਇਆ ਵਿਆਜ ਲੱਗ ਰਿਹਾ ਤੁਹਾਡਾ। ਠੀਕ ਹੈ, ਹੁਣ 6 ਦੀ ਵੈਲਿਊ ਦਿੱਤੀ ਹੋਈ ਹੈ ਕੁਐਸਚਨ ਦੇ ਵਿੱਚ ਕਿੰਨੀ ਹੈ 36,000। ਇੱਥੋਂ 1 ਦੀ ਵੈਲਿਊ ਕਿੰਨੀ ਆ ਗਈ 6,000, ਯਾਨੀ ਕਿ 36,000 ਪ੍ਰਿੰਸੀਪਲ ਹੈ ਤਾਂ ਵਿਆਜ ਕਿੰਨਾ ਲੱਗਿਆ 6,000 ਰੁਪਏ ਲੱਗਿਆ। ਠੀਕ ਹੈ, ਪਰ ਇਹ 1 ਸਾਲ ਦਾ ਹੋ ਗਿਆ। 7 ਸਾਲ ਦਾ ਕਿੰਨਾ ਹੋ ਜਾਊਗਾ 7 × 6 ਕਿੰਨਾ ਹੋ ਜਾਊਗਾ 42,000। ਠੀਕ ਹੈ ਜੀ, 42,000 ਹੋ ਜਾਊਗਾ। ਅਤੇ ਪ੍ਰਿੰਸੀਪਲ ਕਿੰਨਾ ਆਪਣਾ, ਇਹ ਤਾਂ ਹੋ ਗਿਆ ਇੰਟਰਸਟ। ਪ੍ਰਿੰਸੀਪਲ ਦੀ ਵੈਲਿਊ ਕਿੰਨੀ ਹੈ 36,000।
ठीक है जी। तो 78,000 अपना आंसर आ जाएगा। सिंपल क्वेश्चन सी, इस तरह सॉल्व करना तुसीं, ठीक है। कोई फार्मूला लाने की लोड़ नहीं, इस वे ना जल्दी हो जाएगा। तो 6th क्वेश्चन देखते हैं। हाँ जी, ट्राई करो। सिंपल इंटरस्ट ऑन रुपीज़ दिता हुआ, प्रिंसीपल दिता होया ਆਪਾਂ ਨੂੰ 14,600, ठीक है। सिंपल इंटरस्ट फाइंड करना, पर टाइम थोड़ा टेढ़ा दिता होया। देखो रेट भी दी हुई है ਆਪਾਂ ਨੂੰ 5%, तो टाइम देखो 11 मई 2017 तो लैके 10 सितंबर 2017, ठीक है। ये टाइम ਆਪਾਂ ने फाइंड करना। फ्रॉम क्या होया तो 11 मई ਨੂੰ भी इनकलूड करांगे तो 10 सितंबर ਨੂੰ भी। बिटवीन क्या ਹੁੰਦਾ ਤਾਂ ਦੋਨਾਂ ਨੂੰ ਆਪਾਂ ਨੇ ਐਕਸਕਲੂਡ ਕਰ ਦੇਣਾ ਸੀ, ਠੀਕ ਹੈ। ਹੁਣ ਦੇਖੋ ਧਿਆਨ ਨਾਲ, ਇੱਥੇ ਤੁਹਾਡਾ ਮਈ ਹੋ ਗਿਆ, ਜੂਨ, ਜੁਲਾਈ, ਅਗਸਤ, ਸਤੰਬਰ, ਠੀਕ ਹੈ। ਹੁਣ 11 ਮਈ ਹੈ ਤਾਂ 11 ਨੂੰ ਆਪਾਂ ਇਨਕਲੂਡ ਕਰਾਂਗੇ ਵਿੱਚ, ਅਤੇ 31 ਦਾ ਮਹੀਨਾ ਹੁੰਦਾ, ਠੀਕ ਹੈ। 31 ਵਿੱਚੋਂ 10 ਕੇ ਤੁਹਾਡਾ ਕਿੰਨਾ ਹੋ ਗਿਆ, 21 ਡੇਜ਼ ਇੱਥੇ ਹੋ ਗਏ। ਜੂਨ ਪੂਰਾ ਕੰਪਲੀਟ ਆਏਗਾ 30 ਦਿਨ, 31 ਦਿਨ ਕਾਹਦੇ ਹੋ ਗਏ, ਜੁਲਾਈ ਦੇ, 31 ਅਗਸਤ ਦੇ ਹੋ ਗਏ, ਅਤੇ 10 ਦਿਨ ਆਪਾਂ ਕਾਹਦੇ ਲਵਾਂਗੇ, ਸੈਪਟੰਬਰ ਮੰਥ ਦੇ ਲਵਾਂਗੇ, ਠੀਕ ਹੈ। ਇਹਨਾਂ ਨੂੰ ਐਡ ਕਰ ਲਓ। ਇਹ ਕਿੰਨਾ ਹੋ ਗਿਆ ਤੁਹਾਡਾ 92, ਅਤੇ 31 ਹੋਰ ਪਾ ਦੇਵਾਂਗੇ 123, 123 ਡੇਜ਼ ਹੋ ਗਿਆ ਟਾਈਮ, ਠੀਕ ਹੈ। ਹੁਣ ਦੇਖੋ ਸਿੰਪਲ ਇੰਟਰਸਟ ਦਾ ਫਾਰਮੂਲਾ ਤਾਂ ਆਪਾਂ ਨੂੰ ਆਉਂਦਾ ਹੈ ਕੀ ਹੁੰਦਾ, P/R। P ਕਿੰਨਾ 14,600, ਰੇਟ ਕਿੰਨੀ ਹੈ ਆਪਣੀ 5%, ਅਤੇ T ਇੱਥੇ ਕੀ ਲਵਾਂਗੇ। ਦੇਖੋ ਜੇ 365 ਦਿਨ ਪੂਰੇ ਹੁੰਦੇ ਆਪਣੇ, ਹੈ ਨਾ, ਤਾਂ ਆਪਾਂ ਨੇ ਉਹਨੂੰ 1 ਮੰਨਦੇ ਹਾਂ, ਆਪਾਂ 1 ਸਾਲ ਮੰਨਦੇ ਹਾਂ, ਪਰ ਇਹ ਪੂਰੇ ਨਹੀਂ ਹੈਗੇ। ਕਿੰਨੇ ਆ, ਜਸਟ 123 ਡੇਜ਼ ਹੈ, ਤਾਂ ਅਪੋਨ ਕਿੰਨਾ ਲਿਖ ਦੇਵਾਂਗੇ 365, ਠੀਕ ਹੈ। ਆ 2 0 ਨਾਲ 2 0 ਕੈਂਸਲ ਕਰ ਦਾਂਗੇ, 5 ਨਾਲ ਕੈਂਸਲ ਕਰ ਦਾਂਗੇ, 7 3 73, 73 ਦਾ ਡਬਲ ਹੁੰਦਾ 146, ਤਾਂ 123 ਦਾ ਡਬਲ ਕਰ ਦਾਂਗੇ ਆਪਾਂ 246 ਰੁਪੀਜ਼ ਆਪਣਾ ਆਨਸਰ ਆ ਜਾਏਗਾ ਸਿੰਪਲ ਇੰਟਰਸਟ, ਠੀਕ ਹੈ। ਇਸ ਤਰ੍ਹਾਂ ਦੇ ਕੁਐਸਚਨ ਵੀ ਸਾਨੂੰ ਆ ਸਕਦੇ ਆ, ਜਿਹਦੇ ਵਿੱਚ ਟਾਈਮ ਥੋੜ੍ਹਾ ਇੱਦਾਂ ਚੇਂਜ ਕਰਕੇ ਆਪਾਂ ਡੇਜ਼ ਕੈਲਕੂਲੇਟ ਕਰਨੇ ਹੁੰਦੇ ਆ, ਠੀਕ ਹੈ ਜੀ। ਇਸ ਤਰ੍ਹਾਂ ਕਰਨਾ ਸੀ 6th ਕੁਐਸਚਨ। ਮੂਵ ਕਰਦੇ ਹਾਂ 7th ਕੁਐਸਚਨ ਵੱਲ। ਹਾਂਜੀ, ਪੜ੍ਹੋ ਜੀ 7th ਕੁਐਸਚਨ, ਧਿਆਨ ਨਾਲ ਕਰੋ ਸੋਲਵ। ਵਿਜੇ ਲੈਂਟ ਰੁਪੀਜ਼ 25,000, ਹਾਂਜੀ 25,000 ਲੈਂਟ ਕੀਤਾ ਵਿਜੇ ਨੇ। ਉਧਾਰਾ ਦਿੱਤਾ 2 ਬੰਦਿਆਂ ਨੂੰ ਐਟ ਸਿੰਪਲ ਇੰਟਰਸਟ, ਦਾ ਰੇਟ ਆਫ ਇੰਟਰਸਟ ਬੀਇੰਗ 12% ਪਰ ਐਨਮ ਐਂਡ 9% ਪਰ ਐਨਮ ਰਿਸਪੈਕਟਿਵਲੀ। ਇੱਕ ਨੂੰ 12% ਦੀ ਰੇਟ 'ਤੇ ਪੈਸੇ ਦਿੱਤੇ, ਦੂਜੇ ਨੂੰ 9% ਦੀ ਰੇਟ 'ਤੇ। ਦ ਇੰਟਰਸਟ ਰਿਸੀਵਡ ਫਰੋਮ ਫਸਟ ਪਰਸਨ ਇਨ 4 years, ਇੱਥੇ ਟਾਈਮ ਕਿੰਨਾ ਹੈ 4 years ਹੈ, ਇਜ਼ ਇਕੁਅਲ ਟੂ ਇੰਟਰਸਟ ਰਿਸੀਵਡ ਫਰੋਮ ਦਾ ਸੈਕਿੰਡ ਪਰਸਨ ਇਨ 3 years, ਇੱਥੇ ਟਾਈਮ ਕਿੰਨਾ ਹੈ 3 years ਹੈ, ਠੀਕ ਹੈ। ਵਟ ਵਾਜ਼ ਦਾ ਅਮਾਊਂਟ ਲੈਂਟ ਟੂ ਫਸਟ ਪਰਸਨ। ਦੇਖੋ ਧਿਆਨ ਨਾਲ, ਈਜ਼ੀ ਕੁਐਸਚਨ ਹੈ, ਵੀ ਕੁਛ ਖਾਸ ਨਹੀਂ ਹੈ। ਹੁਣ ਦੇਖੋ ਸਿੰਪਲ ਇੰਟਰਸਟ ਬਰਾਬਰ ਹੈ ਦੋਨਾਂ, ਠੀਕ ਹੈ। ਜ਼ਿਆਦਾ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਇਹਨੂੰ X ਰੁਪੀਜ਼ ਦਿੱਤਾ ਅਮਾਊਂਟ, ਅਤੇ ਇਹਨੂੰ ਕਿੰਨਾ ਦਿੱਤਾ 25,000 ਮਾਈਨਸ X ਰੁਪੀਜ਼, ਠੀਕ ਹੈ। ਹੁਣ ਇੱਥੇ ਤੁਹਾਡੇ ਕੋਲ P ਵੀ ਹੈ, R ਵੀ ਹੈ, ਅਤੇ T ਵੀ ਹੈ, ਦੋਨਾਂ ਨੂੰ ਇਕੁਅਲ ਰੱਖ ਦਿਓ, ਇੰਟਰਸਟ ਬਰਾਬਰ ਹੈ, ਠੀਕ ਹੈ ਜੀ। ਦਾ ਇੰਟਰਸਟ ਰਿਸੀਵਡ ਫਰੋਮ ਫਸਟ ਪਰਸਨ ਇਨ 4 years ਇਜ਼ ਇਕੁਅਲ ਟੂ ਇੰਟਰਸਟ ਰਿਸੀਵਡ ਫਰੋਮ ਦਾ ਸੈਕਿੰਡ ਪਰਸਨ ਇਨ 3 years, ਦੋਨਾਂ ਦਾ ਇੰਟਰਸਟ ਬਰਾਬਰ ਹੈ, ਤਾਂ P/R × T/100 ਬਰਾਬਰ ਰੱਖ ਦਾਂਗੇ, ਅਤੇ ਇੱਥੋਂ X ਦੀ ਵੈਲਿਊ ਆ ਜਾਊਗੀ, ਠੀਕ ਹੈ। ਅਤੇ ਫਿਰ ਫਸਟ ਪਰਸਨ ਦਾ ਵੀ ਚਾਹੇ ਸੈਕਿੰਡ ਪਰਸਨ ਦਾ ਵੀ ਆਪਾਂ ਕੱਢ ਸਕਦੇ ਹਾਂ, ਠੀਕ ਹੈ। ਦੂਜਾ ਤਰੀਕਾ ਕੀ ਹੈ, ਦੇਖੋ ਧਿਆਨ ਨਾਲ। ਫੋਰ ਐਗਜ਼ਾਮਪਲ ਇਹਨੂੰ X ਰੁਪੀਜ਼ ਉਧਾਰ ਦਿੱਤੇ ਆ 25,000 ਦੇ ਵਿੱਚੋਂ, ਅਤੇ ਦੂਜੇ ਨੂੰ Y ਰੁਪੀਜ਼ ਮੰਨ ਲੈਂਦੇ ਆਪਾਂ, ਠੀਕ ਹੈ। ਰੇਸ਼ੋ ਕਰਕੇ ਦੇਖਦੇ ਹਾਂ, ਦੇਖੋ ਧਿਆਨ ਨਾਲ। ਹੁਣ ਦੇਖੋ ਇੱਥੇ ਇੰਟਰਸਟ ਕਿੰਨਾ ਬਣਿਆ ਫਸਟ ਪਰਸਨ ਦਾ, 12 × 4 ਕਿੰਨਾ ਹੁੰਦਾ 48%, ਠੀਕ ਹੈ ਜੀ। ਅਤੇ 9 × 3 ਕਿੰਨਾ ਹੁੰਦਾ 27%, ਯਾਨੀ ਕਿ 48% ਕਾਹਦਾ ਜੀ, X ਦਾ, ਹੈ ਨਾ। ਇਹਦਾ ਸਿੰਪਲ ਇੰਟਰਸਟ ਇੰਨਾ ਬਣਿਆ, ਇਹਦਾ ਕਿੰਨਾ ਬਣਿਆ 27% ਆਫ Y। ਇਹ ਦੋਨੋਂ ਕੀ ਹੈ, ਬਰਾਬਰ ਹੈ ਨਾ। ਹੁਣ ਦੇਖੋ ਪਰਸੈਂਟ ਦਾ ਪਰਸੈਂਟ ਤੁਹਾਡਾ ਕੈਂਸਲ ਹੋ ਗਿਆ, ਠੀਕ ਹੈ। ਅਤੇ 48/27 ਇੱਧਰ ਲੈ ਜਾਂਦਾ ਮੈਂ, ਅਤੇ ਇੱਥੇ ਕਿੰਨਾ ਹੋ ਜਾਊਗਾ Y/X, ਠੀਕ ਹੈ ਜੀ। ਅਤੇ 3 ਨਾਲ ਕੈਂਸਲ ਕਰ ਦਿੰਦੇ ਇਹਨੂੰ, ਠੀਕ ਹੈ ਜੀ। 3 ਨਾਲ ਕੈਂਸਲ ਕਰ ਦਿੰਦੇ, 16 ਆ ਗਿਆ, ਇੱਥੇ ਕਿੰਨਾ ਆ ਗਿਆ 9, ਤਾਂ 16/9 ਰੇਸ਼ੋ ਆ ਗਈ Y/X ਦੀ ਵੈਲਿਊ, ਠੀਕ ਹੈ। ਅਤੇ 16 ਅਤੇ 9 ਕਿੰਨੇ ਹੁੰਦੇ ਆ 25, ਅਤੇ ਸਿੰਪਲੀ 25 ਦੀ ਵੈਲਿਊ ਕਿੰਨੀ ਹੋ ਗਈ ਆਪਣੀ
25,000 ਤਾਂ 1 ਦੀ ਵੈਲਿਊ ਕਿੰਨੀ ਹੋ ਗਈ 1000, ਠੀਕ ਹੈ। ਯਾਨੀ ਕਿ 16,000 ਰੁਪਇਆ ਵਾਈ ਨੂੰ ਸੈਕਿੰਡ ਪਰਸਨ ਨੂੰ ਦਿੱਤਾ ਅਤੇ ਫਸਟ ਪਰਸਨ 9,000। ਇਹਦਾ ਪੁੱਛਿਆ ਤੁਹਾਨੂੰ ਫਸਟ ਪਰਸਨ ਦਾ ਪੁੱਛਿਆ, ਠੀਕ ਹੈ। ਤਾਂ ਆਪਣਾ 9,000 ਕੀ ਆ ਜਾਊਗਾ, ਸਿੰਪਲੀ ਆਨਸਰ ਆ ਜਾਊਗਾ, ਠੀਕ ਹੈ। ਇਸ ਤਰ੍ਹਾਂ ਥੋੜ੍ਹਾ ਜਲਦੀ ਹੋ ਜਾਏਗਾ ਥੋੜ੍ਹਾ ਸੈਕਿੰਡ ਮੈਥਡ ਨੂੰ ਸੋਲਵ, ਫਸਟ ਨਾਲ ਵੀ ਕਰ ਸਕਦੇ ਹੋ, ਠੀਕ ਹੈ। ਹੁਣ ਥੋੜ੍ਹਾ ਟਾਈਮ ਲੱਗੇਗਾ ਤੁਹਾਡਾ। ਚੱਲਦੇ ਹਾਂ ਆਪਣੇ ਅੱਜ ਦੇ ਲਾਸਟ ਕੁਐਸਚਨ ਵੱਲ ਜੀ, ਮੂਵ ਕਰਦੇ ਹਾਂ 8th ਕੁਐਸਚਨ ਵੱਲ, ਪੜ੍ਹੋ ਧਿਆਨ ਨਾਲ। A total of rupees P is lent to 3 persons at simple interest at the rate of 10%, 20 and 14% for 6, 5 and 2 years respectively। ਦੇਖੋ ਕੁਛ ਪੈਸੇ ਆਪਣੇ P ਰੁਪੀਜ਼ ਹੈ, ਇਹ ਆਪਾਂ ਨੇ 3 ਬੰਦਿਆਂ ਨੂੰ ਉਧਾਰੇ ਦਿੱਤੇ ਆ, ਠੀਕ ਹੈ। ਫਸਟ ਪਰਸਨ, ਸੈਕਿੰਡ ਅਤੇ ਥਰਡ। ਫਸਟ ਨੂੰ 10% ਪਰ ਐਨਮ ਅਤੇ ਟਾਈਮ ਕਿੰਨਾ ਦਿੱਤਾ ਹੋਇਆ 6 ਈਅਰ, ਅਤੇ ਸੈਕਿੰਡ ਪਰਸਨ ਨੂੰ 5 ਈਅਰ ਰੇਟ ਕਿੰਨੀ ਦਿੱਤੀ ਹੋਈ ਹੈ 20% ਅਤੇ ਟਾਈਮ 5 ਈਅਰਸ ਆ। ਇਹਦੀ ਸਿਮਿਲਰਲੀ ਥਰਡ ਪਰਸਨ ਨੂੰ ਰੇਟ ਕਿੰਨੀ 14% ਅਤੇ ਟਾਈਮ ਕਿੰਨਾ 2 ਈਅਰਸ ਹੈ। ਕਲੀਅਰ ਹੈ ਜੀ। ਅਤੇ ਇੱਕ ਚੀਜ਼ ਦਿੱਤੀ ਹੋਈ ਹੈ ਸੱਚ ਦੈਟ ਦਾ ਅਮਾਊਂਟ ਰਿਸੀਵਡ ਫਰੋਮ ਈਚ ਆਫ ਦੈਮ, ਜਿੰਨਾ ਉਹਨਾਂ ਨੇ ਪੈਸਾ ਵਾਪਸ ਕੀਤਾ ਉਹ ਸੇਮ ਕੀਤਾ ਕਿੰਨਾ 12,800 ਰੁਪੀਜ਼, ਠੀਕ ਹੈ। ਇਸ ਕੁਐਸਚਨ ਨੂੰ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਾਂ ਦੇਖ ਲੈਂਦੇ ਹਾਂ। ਦੇਖੋ ਪ੍ਰਿੰਸੀਪਲ ਹਮੇਸ਼ਾ 100% ਹੁੰਦਾ ਆਪਣੇ ਆਪ ਦਾ, ਠੀਕ ਹੈ। ਅਤੇ ਰੇਟ ਮੰਨ ਲਓ 10% ਹੈ, ਠੀਕ ਹੈ ਜੀ, 2 ਈਅਰਸ ਲਈ। ਤਾਂ ਅਮਾਊਂਟ ਪਰਸੈਂਟੇਜ ਦੇ ਵਿੱਚ ਕਿੰਨਾ ਹੋ ਜਾਊਗਾ, ਦੇਖੋ 10 into 2 ਕਿੰਨਾ ਹੋ ਗਿਆ 20% ਹੋ ਗਿਆ, ਹੈ ਨਾ। 20% ਦੇਖੋ ਤੁਸੀਂ 100% ਤਾਂ ਵਾਪਸ ਕਰਨਾ ਹੀ ਸੀ, ਹੈ ਨਾ, ਅਤੇ 20% ਵਿਆਜ ਲੱਗ ਗਿਆ, ਅਤੇ 100 ਦੇ ਵਿੱਚ 20 ਪਾਇਆ 120% ਕੀ ਹੋ ਗਿਆ ਆਪਣਾ ਅਮਾਊਂਟ ਹੋ ਗਿਆ, ਠੀਕ ਹੈ ਜੀ। ਇਹ ਚੀਜ਼ ਮੈਂ ਇਹਦੇ ਵਿੱਚ ਯੂਜ਼ ਕਰਾਂਗੇ ਆਪਾਂ। ਦੇਖੋ ਧਿਆਨ ਨਾਲ ਹੁਣ ਦੇਖੋ ਇੱਥੇ ਵਿਆਜ ਕਿੰਨਾ ਹੋ ਗਿਆ 6 ਗੁਣਾ 10 ਕਿੰਨਾ ਹੋ ਗਿਆ 60%, ਹੈ ਨਾ, 60% ਹੋ ਗਿਆ। 20 into 5 ਕਿੰਨਾ ਹੋ ਗਿਆ ਇੱਥੇ 100% ਵਿਆਜ ਹੋ ਗਿਆ, ਅਤੇ 14 into 2 ਕਿੰਨਾ ਹੋ ਗਿਆ ਇੱਥੇ ਕਿੰਨਾ ਹੋ ਗਿਆ 28% ਹੋ ਗਿਆ। ਹੁਣ 60% ਦਾ ਵਿਆਜ ਹੋ ਗਿਆ, ਠੀਕ ਹੈ, 100% ਪ੍ਰਿੰਸੀਪਲ ਹੋ ਗਿਆ, ਯਾਨੀ ਕਿ 160% ਕੀ ਹੋ ਗਿਆ ਆਪਣਾ ਇੱਥੇ ਪ੍ਰਿੰਸੀਪਲ ਹੋ ਗਿਆ, ਠੀਕ ਹੈ। ਇੱਥੇ ਕਿੰਨਾ ਹੋ ਗਿਆ 100% ਦਾ ਵਿਆਜ ਹੋ ਗਿਆ, 100% ਪ੍ਰਿੰਸੀਪਲ ਹੋ ਗਿਆ, ਇੱਥੇ ਕਿੰਨਾ ਹੋ ਗਿਆ 200% ਹੋ ਗਿਆ, ਠੀਕ ਹੈ ਜੀ। 28 ਅਤੇ 100 ਕਿੰਨਾ ਹੋ ਗਿਆ 128%, ਇੱਥੇ ਕੀ ਹੋ ਗਿਆ ਅਮਾਊਂਟ ਹੋ ਗਿਆ, ਕੀ ਹੋ ਗਿਆ ਅਮਾਊਂਟ ਹੋ ਗਿਆ 128% ਅਮਾਊਂਟ, ਅਤੇ ਇੱਥੇ ਕਿੰਨਾ 160% ਅਮਾਊਂਟ, ਠੀਕ ਹੈ ਜੀ। ਹੁਣ 160% ਦਾ ਮਤਲਬ ਕੀ ਹੈ ਪਰਸੈਂਟੇਜ ਦੇ ਵਿੱਚ ਆਪਾਂ ਦੇਖਿਆ ਜਾਵੇ, ਚਾਹੇ ਤਾਂ ਇਹਨੂੰ ਇੱਦਾਂ ਲਿਖ ਲਓ 160/100 1.6, ਠੀਕ ਹੈ, ਯਾਨੀ ਕਿ 1.6 ਟਾਈਮਸ ਕਾਹਦਾ ਜੀ ਪ੍ਰਿੰਸੀਪਲ ਦਾ, ਇਹ ਹੋ ਗਿਆ ਅਮਾਊਂਟ। ਅਤੇ ਕੁਐਸਚਨ ਦੇ ਵਿੱਚ ਗਿਵਨ ਆਪਾਂ ਨੂੰ ਕਿੰਨਾ 12,800, ਇੱਥੋਂ P ਦੀ ਵੈਲਿਊ ਕਿੰਨੀ ਆ ਜਾਊਗੀ 12,800/1.6, ਠੀਕ ਹੈ। ਇਹਨੂੰ ਕੈਂਸਲ ਕਰਾਂਗੇ ਆਪਾਂ, ਇਹ ਕਿੰਨੇ ਟਾਈਮਸ 'ਚ ਆਏਗਾ, ਇਹਨੂੰ ਪੁਆਇੰਟ ਹਟਾਵਾਂਗੇ ਇੱਥੇ 0 ਆ ਜਾਊਗੀ, ਅਤੇ ਇੱਥੇ 8 ਯਾਨੀ ਕਿ 8,000 ਕੀ ਆ ਜਾਊਗਾ ਇੱਥੋਂ ਇਹਨੂੰ P1 ਲਿਖ ਲੈਂਦੇ ਆਪਾਂ, ਠੀਕ ਹੈ। ਜਿਹੜਾ ਆਪਾਂ ਨੇ ਪ੍ਰਿੰਸੀਪਲ ਕਿਹਨੂੰ ਫਸਟ ਪਰਸਨ ਨੂੰ ਉਧਾਰ ਦਿੱਤਾ ਇਹਨੂੰ P1 ਮੰਨ ਲੈਂਦੇ ਆਪਾਂ, ਇਹਨੂੰ P2 ਮੰਨ ਲੈਂਦੇ ਹਾਂ, ਅਤੇ ਇਹਨੂੰ P3 ਮੰਨ ਲੈਂਦੇ। ਦੇਖੋ ਕੁਐਸਚਨ ਸਿੰਪਲ ਜਿਹਾ ਹੈ, ਥੋੜ੍ਹਾ ਸਮਝਾਉਣ ਵਿੱਚ ਟਾਈਮ ਲੱਗ ਰਿਹਾ। ਹੁਣ ਦੇਖੋ 200% ਕਿੰਨਾ ਹੋ ਗਿਆ 2 ਟਾਈਮਸ ਹੋ ਗਿਆ, ਠੀਕ ਹੈ ਜੀ, ਕਾਹਦਾ P2 ਦਾ, ਅਤੇ ਇਹ ਦਿੱਤਾ ਹੋਇਆ ਕੁਐਸਚਨ ਦੇ ਵਿੱਚ, ਕਿਉਂਕਿ ਅਮਾਊਂਟ ਸਾਰਿਆਂ ਨੇ ਇੱਕੋ ਜਿਹਾ ਵਾਪਸ ਕੀਤਾ 12,800, ਤਾਂ ਇੱਥੋਂ P2 ਦੀ ਵੈਲਿਊ ਇਹਨੂੰ ਆਪਾਂ ਕੀ ਕਰ ਦੇਵਾਂਗੇ ਹਾਫ ਕਰ ਦੇਵਾਂਗੇ 6,400 ਰੁਪੀਜ਼ ਹੋ ਗਈ P2 ਦੀ ਵੈਲਿਊ। ਸਿਮਿਲਰਲੀ ਆਪਾਂ P3 ਦੀ ਵੀ ਫਾਈਂਡ ਕਰ ਲਾਂਗੇ 128%, ਯਾਨੀ ਕਿ 1.28 ਟਾਈਮਸ ਕਾਹਦਾ ਜੀ P3 ਦਾ ਇਹ ਅਮਾਊਂਟ ਹੋ ਗਿਆ, ਹੈ ਨਾ। ਅਤੇ ਇਹਦੀ ਵੈਲਿਊ ਕਿੰਨੀ ਦਿੱਤੀ ਹੋਈ ਹੈ ਕੁਐਸਚਨ ਵਿੱਚ ਸੇਮ ਦਿੱਤੀ ਹੋਈ ਹੈ 12,800, ਇਹ ਤਾਂ ਸਿੱਧਾ ਹੀ ਕੈਂਸਲ ਹੋ ਜਾਏਗਾ ਤੁਹਾਡਾ 10,000 ਆ ਜਾਏਗਾ ਇੱਥੋਂ, ਠੀਕ ਹੈ ਜੀ, 10,000 ਇੱਥੋਂ ਆ ਗਿਆ ਤੁਹਾਡਾ। ਅਤੇ ਬਸ ਹੁਣ ਪ੍ਰਿੰਸੀਪਲ ਪੁੱਛਿਆ ਹੋਇਆ ਸੀ, P ਦੀ ਵੈਲਿਊ ਕੀ ਆ ਜਾਊਗੀ P1 P2 ਪਲੱਸ P3 P3 ਆ ਜਾਊਗੀ, ਠੀਕ ਹੈ। 8 ਅਤੇ 10 18, 18 ਅਤੇ 6 24, 24,400, ਕਲੀਅਰ ਹੈ ਜੀ। ਇਹ ਹੋ ਗਿਆ P, ਇਹੀ ਤੁਹਾਨੂੰ ਪੁੱਛਿਆ ਹੋਇਆ ਸੀ, ਠੀਕ ਹੈ। ਸਿੰਪਲ ਇੰਟਰਸਟ ਦੇ ਕੁਐਸਚਨ ਸਿੰਪਲ ਹੁੰਦੇ ਆ, ਅਤੇ ਕੰਪਾਊਂਡ ਇੰਟਰਸਟ ਦੇ ਥੋੜ੍ਹੇ ਜਿਹੇ ਟ੍ਰਿਕੀ ਕੁਐਸਚਨ ਹੁੰਦੇ ਆ, ਪਰ ਜੇ ਟੈਕਨੀਕ ਆਪਾਂ ਰਾਈਟ ਯੂਜ਼ ਕਰਾਂਗੇ ਤਾਂ ਛੇਤੀ ਸਾਡੇ ਆਨਸਰ ਆ ਜਾਊਗੇ, ਠੀਕ ਹੈ। ਅੱਜ ਦੀ ਵੀਡੀਓ ਵਿੱਚ ਆਪਾਂ ਦੇਖੇ ਕੁਛ ਕੁਐਸਚਨਸ ਸਿੰਪਲ ਇੰਟਰਸਟ ਨਾਲ ਰਿਲੇਟਡ, ਇੱਦਾਂ ਕੰਪਾਊਂਡ ਇੰਟਰਸਟ ਨਾਲ ਵੀ ਦੇਖਾਂਗੇ। ਮੈਂ ਉਮੀਦ ਕਰਦਾ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਹੋਵੇਗਾ ਅਤੇ ਕੁਛ ਸਿੱਖਿਆ ਹੋਵੇਗਾ। ਥੈਂਕ ਯੂ ਗਾਇਜ਼ ਫॉर ਵਾਚਿੰਗ।